ਢੰਜਲ ਟਿਊਟੋਰੀਅਲਸ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪਿਆਰੇ ਬੱਚੋ, ਅੱਜ ਅਸੀਂ 10ਵੀਂ ਕਲਾਸ ਦਾ 5ਵਾਂ ਚੈਪਟਰ ਪੜ੍ਹਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਜਾਂ ਤੱਤਾਂ ਦਾ ਆਵਰਤੀ ਵਰਗੀਕਰਨ। हाँ जी, क्लासीफिकेशन ऑफ एलीमेंट्स। हाँ जी बच्चे, तत्तां दा वर्गीकरण एक की हुंदा है? द अरेंजमेंट ऑफ एलिमेंट्स इनटू डिफरेंट ग्रुप्स ऑन द बेसिस ऑफ द सिमिलैरिटीज इन देयर प्रॉपर्टीज इज कॉल्ड क्लासीफिकेशन ऑफ एलिमेंट्स। ਤਾਂ ਬੱਚੇ ਤੱਤਾਂ ਨੂੰ ਉਹਨਾਂ ਦੇ ਗੁਣਾਂ ਦੇ ਵਿੱਚ ਸਮਾਨਤਾਵਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਵਰਗੀਕਰਨ ਕੀਤਾ ਜਾਂਦਾ ਹੈ। ਇਸ ਵਿਧੀ ਨੂੰ ਕੀ ਕਹਿੰਦਾ ਬੱਚੇ? ਤੱਤਾਂ ਦਾ ਵਰਗੀਕਰਨ ਜਾਂ ਕਲਾਸੀਫਿਕੇਸ਼ਨ ਆਫ ਐਲੀਮੈਂਟਸ। ਦ ਕਲਾਸੀਫਿਕੇਸ਼ਨ ਆਫ ਸਿਮਿਲਰ ਐਲੀਮੈਂਟਸ ਇਨਟੂ ਗਰੁੱਪਸ मेक द स्टडी ऑफ एलिमेंट्स ईजियर। ਤਾਂ ਬੱਚੇ ਜਦੋਂ ਅਸੀਂ ਤੱਤਾਂ ਨੂੰ ਉਹਨਾਂ ਦੇ ਸਮਾਨ ਗੁਣਾਂ ਦੇ ਆਧਾਰ ਦੇ ਉੱਤੇ ਗਰੁੱਪਾਂ ਦੇ ਵਿੱਚ ਵੰਡ ਲੈਂਦੇ ਆ, ਤਾਂ ਬੱਚੇ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੈ, ਉਹਨਾਂ ਤੱਤਾਂ ਦਾ ਅਧਿਐਨ ਕਰਨਾ ਸੌਖਾ ਹੋ ਜਾਂਦਾ ਹੈ। There are about 114 different elements known so far। ਤਾਂ ਬੱਚੇ ਅਜੇ ਤੱਕ 114 ਵੱਖ-ਵੱਖ ਤਰ੍ਹਾਂ ਦੇ ਤੱਤ ਹੀ ਲੱਭੇ ਗਏ ਹਨ। Early attempts for classification of elements। ਤੱਤਾਂ ਦੇ ਵਰਗੀਕਰਨ ਦੇ ਮੁੱਢਲੇ ਯਤਨ। The earliest attempt to classify elements was grouping the then known elements into two groups called metals and non-metals। ਤਾਂ ਬੱਚੇ ਸ਼ੁਰੂਆਤ ਦੇ ਵਿੱਚ ਜਿੰਨੇ ਕੁ ਤੱਤ ਮੌਜੂਦ ਸਨ, ਉਹਨਾਂ ਤੱਤਾਂ ਨੂੰ ਮੁੱਖ ਤੌਰ ਤੇ ਦੋ ਗਰੁੱਪਾਂ ਦੇ ਵਿੱਚ ਵੰਡਿਆ ਗਿਆ। ਉਹ ਗਰੁੱਪ ਕਿਹੜੇ ਸਨ? ਮੈਟਲਸ ਜਾਂ ਧਾਤਾਂ ਐਂਡ ਨੌਨ ਮੈਟਲਸ ਜਾਂ ਅਧਾਤਾਂ। The defect in this classification was that it had no place for metalloids, elements which have properties of both metals and non-metals, which were discovered later। ਤਾਂ ਬੱਚੇ ਜੋ ਪਹਿਲਾ ਜੋ ਵਰਗੀਕਰਨ ਕੀਤਾ ਗਿਆ ਸੀ, ਉਸ ਵਰਗੀਕਰਨ ਦੇ ਵਿੱਚ ਇਹ ਖਾਮੀਆਂ ਸਨ ਕਿ ਉਸ ਵਰਗੀਕਰਨ ਦੇ ਵਿੱਚ ਮੈਟਾਲੋਇਡ ਜਾਂ ਉਪ ਧਾਤਾਂ, ਇਹ ਉਪ ਧਾਤਾਂ ਕੀ ਹੁੰਦੀਆਂ ਨੇ ਬੱਚੇ? ਇਹ ਉਹ ਤੱਤ ਹੁੰਦੇ ਹਨ ਜਿਨ੍ਹਾਂ ਦੇ ਵਿੱਚ ਧਾਤਾਂ ਅਤੇ ਅਧਾਤਾਂ ਦੋਨਾਂ ਦੇ ਗੁਣ ਹੁੰਦੇ ਹਨ। ਤਾਂ ਬੱਚੇ ਜੋ ਸ਼ੁਰੂਆਤ ਦੇ ਵਿੱਚ ਜੋ ਤੱਤਾਂ ਦਾ ਵਰਗੀਕਰਨ ਕੀਤਾ ਗਿਆ ਸੀ, ਉਸ ਵਰਗੀਕਰਨ ਦੇ ਵਿੱਚ ਇਹਨਾਂ ਮੈਟਾਲੋਇਡ ਜਾਂ ਉਪ ਧਾਤਾਵਾਂ ਦੇ ਲਈ ਕੋਈ ਜਗ੍ਹਾ ਨਹੀਂ ਰੱਖੀ ਗਈ ਸੀ, ਜੋ ਕਿ ਬਾਅਦ ਦੇ ਵਿੱਚ ਲੱਭੇ ਗਏ ਸਨ। ਹਾਂਜੀ ਬੱਚੇ, ਹੁਣ ਅਸੀਂ ਦੇਖਾਂਗੇ ਕਿ ਵੱਖ-ਵੱਖ ਵਿਗਿਆਨੀਆਂ ਵੱਲੋਂ ਤੱਤਾਂ ਦਾ ਵਰਗੀਕਰਨ ਕਿਸ ਤਰ੍ਹਾਂ ਕੀਤਾ ਗਿਆ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਡਾਬਨੇਅਰਸ ਟ੍ਰਾਇਆਡਸ ਜਾਂ ਡਾਬਨੇਅਰ ਦੀ ਤਿਕੜੀ। ਡਾਬਨੇਅਰ classified elements in increasing order of their atomic masses into groups of 3 elements called triads। ਤਾਂ ਬੱਚੇ ਡਾਬਨੇਅਰ ਜੋ ਵਿਗਿਆਨੀ ਸਨ, ਉਹਨਾਂ ਨੇ ਤੱਤਾਂ ਨੂੰ ਉਹਨਾਂ ਦੇ ਵੱਧਦੇ ਪਰਮਾਣੂ ਪੁੰਜ ਦੇ ਆਧਾਰ ਦੇ ਉੱਤੇ ਵੱਖ-ਵੱਖ ਗਰੁੱਪਾਂ ਦੇ ਵਿੱਚ ਵਰਗੀਕ੍ਰਿਤ ਕੀਤਾ ਗਿਆ। ਉਹਨਾਂ ਨੇ ਤਿੰਨ ਤੱਤਾਂ ਦੇ ਇੱਕ ਗਰੁੱਪ ਬਣਾਏ। ਇਹਨਾਂ ਤਿੰਨ ਤੱਤਾਂ ਦੇ ਗਰੁੱਪ ਨੂੰ ਉਹਨਾਂ ਨੇ ਕੀ ਨਾਮ ਦਿੱਤਾ ਬੱਚੇ? ਟ੍ਰਾਇਆਡਸ। In each triad, the atomic mass of the middle element was
approximately equal to the average atomic mass of the other two elements। ਤਾਂ ਬੱਚੇ ਡਾਬਨੇਅਰ ਨੇ ਜੋ ਤਿੱਕੜੀ ਬਣਾਈ ਸੀ, ਡਾਬਨੇਅਰ ਨੇ ਕੀ ਕੀਤਾ ਸੀ ਕਿ ਉਸਨੇ ਤਿੰਨ ਤੱਤ ਲਏ, ਉਹਨਾਂ ਤੱਤਾਂ ਨੂੰ ਉਹਨਾਂ ਦੇ ਵਾਧੇ ਪਰਮਾਣੂ ਪੁੰਜ ਦੇ ਆਧਾਰ ਦੇ ਉੱਤੇ ਤਿੱਕੜੀ ਦੇ ਵਿੱਚ ਰੱਖਿਆ, ਤੇ ਜਦੋਂ ਉਸਨੇ ਤਿੰਨ ਤੱਤਾਂ ਨੂੰ ਤਿੱਕੜੀ ਦੇ ਰੂਪ ਦੇ ਵਿੱਚ ਗਰੁੱਪ ਬਣਾਏ ਤਾਂ ਉਸਨੇ ਦੇਖਿਆ ਕਿ ਜੋ ਪਹਿਲਾ ਤੱਤ ਹੈ ਉਸ ਦਾ ਪਰਮਾਣੂ ਪੁੰਜ ਅਤੇ ਜੋ ਤੀਸਰਾ ਤੱਤ ਹੈ ਉਸ ਦਾ ਪਰਮਾਣੂ ਪੁੰਜ, ਜੇ ਅਸੀਂ ਪਹਿਲੇ ਅਤੇ ਤੀਜੇ ਤੱਤ ਦੇ ਪਰਮਾਣੂ ਪੁੰਜ ਦਾ ਮੱਧਮਾਨ ਲੈ ਲਈਏ ਤਾਂ ਜੋ ਜਵਾਬ ਆਏਗਾ ਉਹ ਜੋ ਵਿਚਕਾਰਲਾ ਜੋ ਤੱਤ ਹੈ ਉਸ ਦੇ ਪਰਮਾਣੂ ਪੁੰਜ ਦੇ ਲਗਭਗ ਬਰਾਬਰ ਹੋਏਗਾ। The defect in this classification was that all the then known elements could not be correctly arranged into triads। ਤਾਂ ਬੱਚੇ ਡਾਬਨੇਅਰ ਨੇ ਜੋ ਇਹ ਤਿੱਕੜੀ ਨਿਯਮ ਦਿੱਤਾ ਸੀ ਉਸ ਦੇ ਵਿੱਚ ਖਾਮੀ ਇਹ ਸੀ ਕਿ ਉਸ ਵਕਤ ਜਿੰਨੇ ਵੀ ਤੱਤ ਮੌਜੂਦ ਸਨ ਉਹ ਸਾਰੇ ਤੱਤਾਂ ਨੂੰ ਹੀ ਇਸ ਡਾਬਨੇਅਰ ਦੀ ਤਿੱਕੜੀ ਦੇ ਅਨੁਸਾਰ ਸਹੀ ਤਰ੍ਹਾਂ ਵਰਗੀਕਰਨ ਨਹੀਂ ਕੀਤਾ ਜਾ ਸਕਦਾ ਸੀ। ਹਾਂਜੀ ਬੱਚੇ, ਅੱਗੇ ਹੈ ਨਿਊਲੈਂਡਸ ਆਕਟੇਵਸ। ਬੱਚੇ ਡਾਬਨੇਅਰ ਦੇ ਤਿੱਕੜੀ ਨਿਯਮ ਦੇ ਵਿੱਚ ਕੁਝ ਕਮੀਆਂ ਸਨ, ਤਾਂ ਉਹਨਾਂ ਕਮੀਆਂ ਨੂੰ ਦੂਰ ਕਰਨ ਦੇ ਲਈ ਇੱਕ ਹੋਰ ਵਿਗਿਆਨੀ ਨਿਊਲੈਂਡਸ, ਇਹਨਾਂ ਨੇ ਆਪਣਾ ਆਕਟੇਵਸ ਦਾ ਨਿਯਮ ਦਿੱਤਾ। ਇਸ ਨਿਯਮ ਨੂੰ ਕੀ ਕਹਿੰਦਾ ਬੱਚੇ? ਨਿਊਲੈਂਡਸ ਆਕਟੇਵਸ ਜਾਂ ਨਿਊਲੈਂਡਸ ਦਾ ਅਸ਼ਟਕ ਸਿਧਾਂਤ। Newland classified the elements in the increasing order of their atomic masses into groups of 8 elements called octaves, like the notes of music। ਤਾਂ ਬੱਚੇ ਨਿਊਲੈਂਡ ਜੋ ਵਿਗਿਆਨੀ ਸਨ ਉਹਨਾਂ ਨੇ ਤੱਤਾਂ ਨੂੰ ਉਹਨਾਂ ਦੇ ਵੱਧਦੇ ਪਰਮਾਣੂ ਪੁੰਜ ਦੇ ਅਨੁਸਾਰ ਗਰੁੱਪ ਦੇ ਵਿੱਚ ਵਰਗੀਕ੍ਰਿਤ ਕੀਤਾ ਗਿਆ। ਉਹ ਗਰੁੱਪ ਕਿੰਨੇ ਤੱਤਾਂ ਦਾ ਬਣਾਇਆ ਸੀ ਬੱਚੇ? 8 ਤੱਤਾਂ ਦਾ। ਤਾਂ ਉਹਨਾਂ ਨੇ ਇਸ 8 ਤੱਤਾਂ ਦੇ ਗਰੁੱਪ ਨੂੰ ਕੀ ਨਾਮ ਦਿੱਤਾ ਬੱਚੇ? ਆਕਟੇਵਸ। He found that when the elements were arranged in the increasing order of their atomic masses into octaves, then there was similarity of properties in every 8th element। ਤਾਂ ਬੱਚੇ ਨਿਊਲੈਂਡਸ ਨੇ ਦੇਖਿਆ ਕਿ ਜਦੋਂ ਤੱਤਾਂ ਨੂੰ ਉਹਨਾਂ ਦੇ ਵਾਧੇ ਪਰਮਾਣੂ ਪੁੰਜ ਦੇ ਅਨੁਸਾਰ ਰੱਖਿਆ ਗਿਆ ਤਾਂ ਪਹਿਲਾ ਤੱਤ ਅਤੇ 8ਵਾਂ ਤੱਤ, ਤਾਂ ਪਹਿਲੇ ਤੱਤ ਅਤੇ 8ਵੇਂ ਤੱਤ ਦੇ ਗੁਣ ਸਮਾਨ ਸਨ। ਜਿਸ ਤਰ੍ਹਾਂ ਕਿ ਅਸੀਂ ਮਿਊਜ਼ਿਕ ਦੇ ਵਿੱਚ ਦੇਖਦੇ ਹਾਂ ਸਾ ਰੇ ਗਾ ਮਾ ਪਾ ਧਾ ਨੀ ਸਾ, ਤਾਂ ਬੱਚੇ ਜਿਹੜਾ ਇਹ ਪਹਿਲਾ ਸਾ ਅਤੇ ਜਿਹੜਾ ਇਹ 8ਵਾਂ ਸਾ ਆ ਗਿਆ ਇਹਨਾਂ ਦੋਨਾਂ ਦੇ ਗੁਣ ਕੀ ਨੇ? ਸੇਮ ਨੇ, ਗੁਣ ਬਰਾਬਰ ਨੇ। ਤਾਂ ਇਸੇ ਤਰ੍ਹਾਂ ਹੀ ਬੱਚੇ ਨਿਊਲੈਂਡਸ ਨੇ ਵੀ ਜੋ ਨਿਯਮ ਦਿੱਤਾ ਉਸ ਨਿਯਮ ਦੇ ਅਨੁਸਾਰ ਵੀ ਇਹੀ ਸੀ ਕਿ ਜਦੋਂ ਅਸੀਂ ਤੱਤਾਂ ਨੂੰ ਉਹਨਾਂ ਦੇ ਵੱਧਦੇ ਪਰਮਾਣੂ ਪੁੰਜ ਦੇ ਅਨੁਸਾਰ ਰੱਖਦੇ ਹਾਂ ਤਾਂ ਪਹਿਲਾ ਤੱਤ ਅਤੇ 8ਵਾਂ ਤੱਤ ਜੋ ਹੈ ਉਹਨਾਂ ਦੇ ਗੁਣ ਕੀ ਹੋਣਗੇ? ਸਮਾਨ ਹੋਣਗੇ। ਇਹ ਬੱਚੇ ਨਿਯਮ ਨੂੰ ਕੀ ਨਾਮ ਦਿੱਤਾ ਗਿਆ? ਨਿਊਲੈਂਡਸ ਆਕਟੇਵਸ ਜਾਂ ਨਿਊਲੈਂਡ ਦਾ ਅਸ਼ਟਕ ਸਿਧਾਂਤ। ਡਿਫੈਕਟਸ ਇਨ ਦਿਸ ਕਲਾਸੀਫਿਕੇਸ਼ਨ। ਹਾਂਜੀ ਬੱਚੇ, ਜਿਹੜਾ ਇਹ ਨਿਊਲੈਂਡਸ ਨੇ ਜਿਹੜਾ ਆਪਣਾ ਸਿਧਾਂਤ ਦਿੱਤਾ ਸੀ ਜਾਂ ਨਿਊਲੈਂਡਸ ਨੇ ਜਿਹੜਾ ਆਪਣਾ ਆਕਟੇਵਸ ਰੂਲ ਦਿੱਤਾ ਸੀ ਉਸ ਦੇ ਵਿੱਚ ਕੀ ਕਮੀਆਂ ਸਨ? All the known elements and elements discovered later could not be correctly arranged into octaves। ਇੱਕ ਤਾਂ ਬੱਚੇ ਉਹਦੇ ਵਿੱਚ ਕਮੀ ਇਹ ਸੀ ਕਿ ਉਸ ਵਕਤ ਜੋ ਤੱਤ ਮੌਜੂਦ ਸਨ ਅਤੇ ਜੋ ਤੱਤ ਬਾਅਦ ਦੇ ਵਿੱਚ ਖੋਜੇ ਗਏ ਉਹਨਾਂ ਨੂੰ ਆਕਟੇਵਸ ਦੇ ਨਿਯਮ ਅਨੁਸਾਰ ਸਹੀ ਤਰ੍ਹਾਂ ਨਹੀਂ ਰੱਖਿਆ ਜਾ ਸਕਦਾ ਸੀ। Some elements having different properties were placed in the same rows like cobalt and nickel
having different properties are placed along with fluorine, chlorine and bromine. Iron having properties similar to cobalt and nickel are placed in different rows. ਤਾਂ ਬੱਚੇ ਦੂਜੀ ਕਮੀ ਕੀ ਸੀ? ਦੂਜੀ ਕਮੀ ਇਹ ਸੀ ਕਿ ਕੁਝ ਤੱਤ ਜਿਸ ਤਰ੍ਹਾਂ ਕਿ ਕੋਬਾਲਟ ਅਤੇ ਨਿਕਲ ਹਨ, ਇਹਨਾਂ ਦੇ ਗੁਣ ਵੱਖੋ ਵੱਖਰੇ ਸਨ, ਪਰ ਫਿਰ ਵੀ ਇਹਨਾਂ ਨੂੰ ਇੱਕ ਹੀ ਗਰੁੱਪ ਦੇ ਵਿੱਚ ਰੱਖਿਆ ਗਿਆ। ਇਸੇ ਤਰ੍ਹਾਂ ਹੀ ਬੱਚੇ ਜੋ ਲੋਹਾ ਹੈ Fe, ਇਸੇ ਤਰ੍ਹਾਂ ਬੱਚੇ ਜੋ ਲੋਹਾ ਹੈ ਇਸ ਦੀਆਂ ਕੋਬਾਲਟ ਅਤੇ ਨਿਕਲ ਦੇ ਨਾਲ ਇਸ ਦੇ ਗੁਣ ਮਿਲਦੇ ਹਨ, ਪਰ ਇਸ ਨੂੰ ਵੀ ਕੀ ਹੈਗਾ ਇੱਕ ਵੱਖਰੇ ਗਰੁੱਪ ਦੇ ਵਿੱਚ ਰੱਖਿਆ ਗਿਆ। ਤਾਂ ਇਸ ਤਰ੍ਹਾਂ ਬੱਚੇ ਇਹ ਕੁਝ ਕਮੀਆਂ ਸਨ ਜਿਸ ਦੇ ਕਾਰਨ ਕੀ ਹੈ ਨਿਊਲੈਂਡ ਦਾ ਅਸ਼ਟਕ ਨਿਯਮ ਜਾਂ ਨਿਊਲੈਂਡ ਦਾ ਅਸ਼ਟਕ ਸਿਧਾਂਤ ਇੰਨਾ ਕਾਮਯਾਬ ਨਹੀਂ ਹੋ ਸਕਿਆ। ਹਾਂਜੀ ਬੱਚੇ, ਜਿਸ ਤਰ੍ਹਾਂ ਕਿ ਪਿਛਲੀਆਂ ਸਲਾਈਡਸ ਦੇ ਵਿੱਚ ਅਸੀਂ ਦੇਖਿਆ ਕਿ ਸਭ ਤੋਂ ਪਹਿਲਾਂ ਡਾਬਨੇਅਰ ਜੋ ਵਿਗਿਆਨੀ ਸਨ ਉਹਨਾਂ ਨੇ ਤੱਤਾਂ ਦਾ ਤਿੱਕੜੀ ਨਿਯਮ ਦਿੱਤਾ ਸੀ, ਜਿਸ ਅਨੁਸਾਰ ਉਹਨਾਂ ਨੇ ਤੱਤਾਂ ਨੂੰ ਤਿੰਨ ਗਰੁੱਪ ਦੇ ਵਿੱਚ ਵੰਡਿਆ ਸੀ। ਇਸ ਤੋਂ ਬਾਅਦ ਬੱਚੇ ਨਿਊਲੈਂਡਸ ਵਿਗਿਆਨੀ ਆਏ ਜਿਨ੍ਹਾਂ ਨੇ ਤੱਤਾਂ ਦੇ 8 ਦੇ ਗਰੁੱਪ ਬਣਾਏ ਤੇ ਉਹਨਾਂ ਨੇ ਉਸ ਨਿਯਮ ਦਾ ਕੀ ਨਾਮ ਦਿੱਤਾ ਸੀ? ਨਿਊਲੈਂਡਸ ਆਕਟੇਵਸ ਜਾਂ ਨਿਊਲੈਂਡ ਦਾ ਅਸ਼ਟਕ ਨਿਯਮ। ਤਾਂ ਨਿਊਲੈਂਡਸ ਦੇ ਅਸ਼ਟਕ ਨਿਯਮ ਦੇ ਵਿੱਚ ਵੀ ਕੁਝ ਕਮੀਆਂ ਸਨ। ਤਾਂ ਇਸ ਤੋਂ ਬਾਅਦ ਜੋ ਨਵੇਂ ਵਿਗਿਆਨੀ ਆਏ ਉਹਨਾਂ ਦਾ ਕੀ ਨਾਮ ਸੀ? ਮੈਂਡਲੀਵਸ। ਤਾਂ ਬੱਚੇ ਇਸ ਤੋਂ ਬਾਅਦ ਮੈਂਡਲੀ ਵੱਲੋਂ ਤੱਤਾਂ ਦਾ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਤਾਂ ਮੈਂਡਲੀਫ ਨੇ ਜੋ ਆਵਰਤੀ ਸਾਰਣੀ ਬਣਾਈ ਉਸ ਨੂੰ ਕੀ ਕਿਹਾ ਜਾਂਦਾ ਬੱਚੇ? ਮੈਂਡਲੀਵਸ ਪੀਰੀਓਡਿਕ ਟੇਬਲ ਜਾਂ ਮੈਂਡਲੀਵਸ ਦੀ ਆਵਰਤੀ ਸਾਰਣੀ। ਮੈਂਡਲੀਵ classified elements in the increasing order of their atomic masses and similarities in their properties। ਤਾਂ ਬੱਚੇ ਮੈਂਡਲੀਵ ਨੇ ਤੱਤਾਂ ਨੂੰ ਉਹਨਾਂ ਦੇ ਵਾਧੇ ਪ੍ਰਮਾਣੂ ਪੁੰਜ ਦੇ ਆਧਾਰ ਤੇ ਵੀ ਵਰਗੀਕ੍ਰਿਤ ਕੀਤਾ ਅਤੇ ਨਾਲ ਹੀ ਉਹਨਾਂ ਤੱਤਾਂ ਦੇ ਗੁਣਾਂ ਦੀ ਵਿੱਚ ਸਮਾਨਤਾਵਾਂ ਨੂੰ ਵੀ ਧਿਆਨ ਵਿੱਚ ਰੱਖਿਆ। The formulae of the oxides and hydrides formed by the elements were also the basis for the classification of the elements। ਤਾਂ ਬੱਚੇ ਤੱਤਾਂ ਦਾ ਵਰਗੀਕਰਨ ਕਰਨ ਦੇ ਲਈ ਮੈਂਡਲੀਫ ਵੱਲੋਂ ਤੱਤਾਂ ਦੁਆਰਾ ਬਣੇ ਆਕਸਾਈਡ ਅਤੇ ਹਾਈਡਰਾਈਡਸ ਦਾ ਵੀ ਧਿਆਨ ਰੱਖਿਆ ਗਿਆ। ਮੈਂਡਲੀਵਸ ਪੀਰੀਓਡਿਕ ਟੇਬਲ ਹੈਜ਼ 6 horizontal rows called periods। ਤਾਂ ਬੱਚੇ ਮੈਂਡਲੀਵ ਦੀ ਜੋ ਵਰਤੀ ਸਾਰਣੀ ਸੀ ਉਸ ਦੇ ਵਿੱਚ 6 horizontal rows ਸੀ, ਜਿਸ ਤਰ੍ਹਾਂ ਦੇਖੋ 1 2 3 4 5 6 6 horizontal rows ਸੀਗੇ ਜਿਨ੍ਹਾਂ ਨੂੰ ਕੀ ਕਹਿੰਦਾ ਬੱਚੇ? ਪੀਰੀਅਡਸ। ਤਾਂ ਜੇ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਹਾਂ ਤਾਂ ਇਹ ਜਿਹੜੇ 6 ਰੋਜ਼ ਬਣੇ ਨੇ ਇਹਨਾਂ ਨੂੰ ਕੀ ਕਹਿੰਦਾ ਬੱਚੇ? ਪੀਰੀਅਡਸ। ਤਾਂ ਕਿੰਨੇ ਪੀਰੀਅਡ ਨੇ ਉਹਦੇ ਵਿੱਚ ਬੱਚੇ? 6 ਐਂਡ 8 ਵਰਟੀਕਲ ਰੋਜ਼ ਕਾਲਡ ਗਰੁੱਪਸ। ਤਾਂ ਇੱਕ ਗਰੁੱਪ, ਦੂਜਾ ਗਰੁੱਪ, ਤੀਜਾ, ਚੌਥਾ, ਪੰਜਵਾਂ ਗਰੁੱਪ, 6ਵਾਂ ਗਰੁੱਪ, 7ਵਾਂ ਗਰੁੱਪ ਤੇ ਆ ਗਿਆ ਬੱਚੇ 8ਵਾਂ ਗਰੁੱਪ। ਇਹ ਉੱਪਰ ਤੋਂ ਹੇਠਾਂ ਵੱਲ ਇਹ ਕਿੰਨੇ ਗਰੁੱਪ ਹਨ ਬੱਚੇ? 8 ਗਰੁੱਪਸ ਨੇ। ਦੇਖੋ ਆ ਪਹਿਲਾ ਗਰੁੱਪ, ਇਹ ਪਹਿਲਾ ਗਰੁੱਪ ਆ ਗਿਆ, ਦੂਸਰਾ ਗਰੁੱਪ, ਤੀਸਰਾ ਗਰੁੱਪ, ਚੌਥਾ ਗਰੁੱਪ, ਪੰਜਵਾਂ ਗਰੁੱਪ, 6ਵਾਂ, 7ਵਾਂ ਤੇ 8ਵਾਂ ਗਰੁੱਪ। ਠੀਕ ਹੈ ਜੀ। ਤਾਂ ਇਸ ਦੇ ਵਿੱਚ ਕੀ ਹੈ ਬੱਚੇ? ਮੈਂਡਲੀਵ ਦੀ ਜੋ ਆਵਰਤੀ ਸਾਰਣੀ ਹੈ ਉਸ ਦੇ ਵਿੱਚ 6 ਪੀਰੀਅਡਸ ਨੇ। 1 2 3 4 5 6 ਪੀਰੀਅਡਸ ਨੇ। ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਹਾਂ ਤਾਂ ਇਹ 6 ਪੀਰੀਅਡਸ ਨੇ। ਅਤੇ ਬੱਚੇ ਗਰੁੱਪਸ ਕਿੰਨੇ ਨੇ? ਗਰੁੱਪਸ ਕਿੰਨੇ ਨੇ ਬੱਚੇ? 8। ਦੇਖੋ ਪਹਿਲਾ ਗਰੁੱਪ, ਆਹ ਦੂਸਰਾ ਗਰੁੱਪ, ਇਹ ਤੀਸਰਾ ਗਰੁੱਪ, ਇਹ ਚੌਥਾ ਗਰੁੱਪ, ਪੰਜਵਾਂ ਗਰੁੱਪ, 6ਵਾਂ ਗਰੁੱਪ, 7ਵਾਂ ਤੇ 8ਵਾਂ ਗਰੁੱਪ। The groups 1 to 7 had 2 subgroups called A subgroup and B subgroup। ਹਾਂਜੀ ਬੱਚੇ ਦੇਖੋ 1 ਤੋਂ ਲੈ ਕੇ 7 ਤੱਕ
ਇਹ ਜੋ ਗਰੁੱਪ ਹਨ ਇਹ ਅੱਗੋਂ ਦੋ ਹਿੱਸਿਆਂ ਦੇ ਵਿੱਚ ਵੰਡੇ ਗਏ ਨੇ। ਕਿਹੜੇ ਕਿਹੜੇ ਗਰੁੱਪ? A ਸਬ ਗਰੁੱਪ ਅਤੇ B ਸਬ ਗਰੁੱਪ। ਇਸੇ ਤਰ੍ਹਾਂ ਹੀ ਬੱਚੇ ਗਰੁੱਪ 8 ਜੋ ਹੈ, ਗਰੁੱਪ 8 हैज 3 rows of elements। ਤੁਸੀਂ ਦੇਖ ਸਕਦੇ ਹੋ ਕਿ ਗਰੁੱਪ 8 ਜੋ ਹੈ ਇਹਦੇ ਕਿੰਨੇ ਰੋਜ਼ ਨੇ ਐਲੀਮੈਂਟਸ ਦੇ? 3, 1 2 3। elements having similar properties were placed in the same group। ਤਾਂ ਬੱਚੇ ਜਿਹੜੇ ਤੱਤਾਂ ਦੇ ਗੁਣ ਸਮਾਨ ਸਨ ਉਹਨਾਂ ਨੂੰ ਸਮਾਨ ਗਰੁੱਪਾਂ ਦੇ ਵਿੱਚ ਰੱਖਿਆ ਗਿਆ। There are some spaces left vacant in the table to accommodate the elements to be discovered in future। ਤਾਂ ਬੱਚੇ ਇਸ ਸਾਰਣੀ ਦੇ ਵਿੱਚ ਕੁਝ ਖਾਲੀ ਥਾਵਾਂ ਵੀ ਰੱਖੀਆਂ ਗਈਆਂ ਸਨ। ਠੀਕ ਹੈ ਜੀ। ਤਾਂ ਉਹਨਾਂ ਖਾਲੀ ਥਾਵਾਂ ਨੂੰ ਕਿਉਂ ਰੱਖਿਆ ਗਿਆ ਸੀ? ਤਾਂ ਕਿ ਜੋ ਤੱਤ ਬਾਅਦ ਦੇ ਵਿੱਚ ਖੋਜੇ ਜਾਣਗੇ ਉਹ ਉਹਨਾਂ ਥਾਵਾਂ ਦੇ ਵਿੱਚ ਆ ਜਾਣਗੇ। ਇਸ ਤਰ੍ਹਾਂ ਬੱਚੇ ਕੀ ਹੈ, ਮੈਂਡਲੀਫ ਦੀ ਜੋ ਆਵਰਤੀ ਸਾਰਣੀ ਸੀ ਉਸ ਦੇ ਵਿੱਚ ਤੱਤਾਂ ਨੂੰ ਉਹਨਾਂ ਦੇ ਵਾਧੇ ਪਰਮਾਣੂ ਪੁੰਜ ਦੇ ਆਧਾਰ ਤੇ, ਉਹਨਾਂ ਦੇ ਤੱਤਾਂ ਦੇ ਗੁਣਾਂ ਦੇ ਆਧਾਰ ਤੇ ਅਤੇ ਆਉਣ ਵਾਲੇ ਤੱਤਾਂ ਲਈ ਵੀ ਉਸ ਸਾਰਣੀ ਦੇ ਵਿੱਚ ਜਗ੍ਹਾ ਜੋ ਹੈ ਉਹ ਰੱਖੀ ਗਈ ਸੀ। ਮੈਰਿਟਸ ਆਫ ਮੈਂਡਲੀਵਸ ਪੀਰੀਓਡਿਕ ਟੇਬਲ। ਹਾਂਜੀ ਹੁਣ ਦੇਖੋ ਬੱਚਾ, ਆਪਾਂ ਮੈਂਡਲੀਵ ਦੀ ਜੋ ਆਵਰਤੀ ਸਾਰਣੀ ਸੀ ਉਸ ਦੇ ਕੀ ਲਾਭ ਸਨ? Elements were classified on a more fundamental basis of their atomic masses and properties। ਤਾਂ ਬੱਚੇ ਜੋ ਤੱਤ ਸਨ ਉਹਨਾਂ ਨੂੰ ਉਹਨਾਂ ਦੇ ਵਾਧੇ ਪਰਮਾਣੂ ਪੁੰਜ ਅਤੇ ਉਹਨਾਂ ਦੇ ਗੁਣਾਂ ਨੂੰ ਧਿਆਨ ਵਿੱਚ ਰੱਖ ਕੇ ਵਰਗੀਕ੍ਰਿਤ ਕੀਤਾ ਗਿਆ। Spaces were left vacant to accommodate the elements to be discovered in future। ਤਾਂ ਬੱਚੇ ਜੋ ਨਵੇਂ ਤੱਤ ਜੋ ਆਉਣ ਵਾਲੇ ਸਮੇਂ ਦੇ ਵਿੱਚ ਖੋਜੇ ਜਾਣੇ ਸਨ ਉਹਨਾਂ ਦੇ ਲਈ ਮੈਂਡਲੀਵ ਦੀ ਆਵਰਤੀ ਸਾਰਣੀ ਦੇ ਵਿੱਚ ਪਹਿਲਾਂ ਹੀ ਜਗ੍ਹਾ ਜੋ ਹੈ ਉਹ ਛੱਡੀ ਗਈ ਸੀ। It could predict the properties of the elements which helped in the discovery of new element। ਤਾਂ ਬੱਚੇ ਆਵਰਤੀ ਸਾਰਣੀ ਦੇ ਵਿੱਚ ਜੋ ਤੱਤਾਂ ਦੇ ਲਈ ਜੋ ਜਗ੍ਹਾ ਛੱਡੀ ਗਈ ਸੀ ਉਹਨਾਂ ਤੱਤਾਂ ਦੇ ਗੁਣਾਂ ਬਾਰੇ ਅਸੀਂ ਪਹਿਲਾਂ ਹੀ ਦੱਸ ਸਕਦੇ ਸੀ ਕਿ ਉਹਨਾਂ ਤੱਤਾਂ ਦੇ ਕੀ ਗੁਣ ਹੋਣਗੇ। The inert gas elements discovered later could be placed in separate group without disturbing the table। ਤਾਂ ਬੱਚੇ ਜਿਹੜੀਆਂ ਜੋ ਇਨਰਟ ਗੈਸਾਂ ਸੀ ਜੋ ਬਾਅਦ ਦੇ ਵਿੱਚ ਲੱਭੀਆਂ ਗਈਆਂ ਉਹਨਾਂ ਨੂੰ ਅਸੀਂ ਇੱਕ ਵੱਖਰੇ ਗਰੁੱਪ ਦੇ ਵਿੱਚ ਰੱਖ ਸਕਦੇ ਸੀ ਜਿਸ ਨਾਲ ਕੀ ਹੈ ਸਾਡੀ ਆਵਰਤੀ ਸਾਰਣੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਸੀ। ਹਾਂਜੀ ਬੱਚੇ, ਅੱਗੇ ਹੈ ਡਿਫੈਕਟਸ ਆਫ ਮੈਂਡਲੀਵਸ ਪੀਰੀਓਡਿਕ ਟੇਬਲ। ਤਾਂ ਬੱਚੇ ਹੁਣ ਅਸੀਂ ਦੇਖਾਂਗੇ ਕਿ ਮੈਂਡਲੀਫ ਦੀ ਆਵਰਤੀ ਸਾਰਣੀ ਦੇ ਵਿੱਚ ਕੀ ਕਮੀਆਂ ਸਨ। Some elements are not arranged in the increasing order of their atomic masses। ਤਾਂ ਬੱਚੇ ਮੈਂਡਲੀਫ ਦੀ ਆਵਰਤੀ ਸਾਰਣੀ ਦੇ ਵਿੱਚ ਕੁਝ ਤੱਤ ਜੋ ਸਨ ਉਹ ਉਹਨਾਂ ਦੇ ਵੱਧਦੇ ਪਰਮਾਣੂ ਪੁੰਜ ਦੇ ਅਨੁਸਾਰ ਨਹੀਂ ਰੱਖੇ ਗਏ ਸਨ। ਕੋਬਾਲਟ ਇਜ਼ ਪਲੇਸਡ ਬਿਫੋਰ ਨਿਕਲ। ਜਿਸ ਤਰ੍ਹਾਂ ਕਿ ਕੋਬਾਲਟ ਜੋ ਹੈ ਇਸ ਨੂੰ ਨਿਕਲ ਤੋਂ ਪਹਿਲਾਂ ਰੱਖਿਆ ਗਿਆ। ਇਸੇ ਤਰ੍ਹਾਂ ਹੀ ਬੱਚੇ ਟੈਰੀਲੀਅਮ ਇਜ਼ ਪਲੇਸਡ ਬਿਫੋਰ ਆਇਓਡੀਨ ਐਕਸੈਟਰਾ। ਇਸੇ ਤਰ੍ਹਾਂ ਬੱਚੇ ਜੋ ਟੈਰੀਲੀਅਮ ਹੈ ਇਸ ਨੂੰ ਆਇਓਡੀਨ ਤੋਂ ਪਹਿਲਾਂ ਰੱਖਿਆ ਗਿਆ। Position of hydrogen is not clear because it shows properties similar to metals as well as non-metals। ਇਸੇ ਤਰ੍ਹਾਂ ਬੱਚੇ ਹਾਈਡਰੋਜਨ ਦੀ ਜੋ ਜਗ੍ਹਾ ਹੈ ਉਹ ਸਾਫ਼ ਨਹੀਂ ਸੀ ਕਿ ਇਸ ਨੂੰ ਕਿੱਥੇ ਰੱਖਣਾ ਹੈ ਕਿਉਂਕਿ ਹਾਈਡਰੋਜਨ ਜੋ ਹੈ ਇਹ ਧਾਤਾਂ ਵਾਲੇ ਗੁਣ ਵੀ ਦਿਖਾਉਂਦੀ ਹੈ ਅਤੇ ਅਧਾਤਾਂ ਵਾਲੇ ਗੁਣ ਵੀ ਦਿਖਾਉਂਦੀ ਹੈ। The position of isotopes of elements is not clear। ਤਾਂ ਬੱਚੇ ਜੋ ਤੱਤਾਂ ਦੇ ਜੋ ਸਮਸਥਾਨਕ ਹਨ ਉਹਨਾਂ ਦੀ ਜਗ੍ਹਾ ਵੀ ਸਪਸ਼ਟ ਨਹੀਂ ਸੀ ਕਿ ਉਹਨਾਂ ਨੂੰ ਕਿੱਥੇ ਰੱਖਣਾ ਹੈ। ਆਈਸੋਟੋਪ ਕੀ ਹੁੰਦੇ ਹਨ ਬੱਚੇ ਜਾਂ ਸਮਸਥਾਨਕ ਕੀ ਹੁੰਦੇ ਹਨ? ਇਹ ਤੁਹਾਨੂੰ ਪਤਾ ਹੈ ਕਿ ਆਈਸੋਟੋਪ ਜਾਂ ਸਮਸਥਾਨਕ ਉਹ ਹੁੰਦੇ ਹਨ ਜਿਨ੍ਹਾਂ ਦੀ ਪਰਮਾਣੂ ਸੰਖਿਆ ਤਾਂ ਸਮਾਨ ਹੁੰਦੀ ਹੈ ਪਰ ਪੁੰਜ ਸੰਖਿਆ
ਵੱਖ-ਵੱਖ ਹੁੰਦੀ ਹੈ, ਜਾਂ ਅਸੀਂ ਕਹਿ ਸਕਦੇ ਕਿ ਆਈਸੋਟੋਪਸ ਆਰ ਦੋਜ਼ ਐਲੀਮੈਂਟਸ ਵਿਚ ਹੈਵ ਸੇਮ ਐਟੋਮਿਕ ਨੰਬਰ ਬਟ ਡਿਫਰੈਂਟ ਮਾਸ ਨੰਬਰ। ਤਾਂ ਇਸ ਲਈ ਬੱਚੇ ਆਈਸੋਟੋਪ ਜਾਂ ਸਮਸਥਾਨਕਾਂ ਨੂੰ ਇਸ ਜੋ ਆਵਰਤੀ ਸਾਰਣੀ ਹੈ ਇਸ ਦੇ ਵਿੱਚ ਇੱਕ ਨਿਸ਼ਚਿਤ ਜਗ੍ਹਾ ਨਹੀਂ ਮਿਲ ਸਕੀ। ਹਾਂਜੀ ਬੱਚੇ, ਇਸ ਤੋਂ ਬਾਅਦ ਆਈ ਆਧੁਨਿਕ ਆਵਰਤੀ ਸਾਰਣੀ ਜਾਂ ਮਾਡਰਨ ਪੀਰੀਓਡਿਕ ਟੇਬਲ। ਹਾਂਜੀ ਬੱਚੇ, ਇਹ ਜੋ ਤੁਸੀਂ ਦੇਖ ਰਹੇ ਹੋ ਇਹ ਆਧੁਨਿਕ ਆਵਰਤੀ ਸਾਰਣੀ ਹੈ ਜਾਂ ਮਾਡਰਨ ਪੀਰੀਓਡਿਕ ਟੇਬਲ। ਹਾਂਜੀ, ਅਰੇਂਜਮੈਂਟ ਆਫ ਐਲੀਮੈਂਟਸ ਇਨ ਮਾਡਰਨ ਪੀਰੀਓਡਿਕ ਟੇਬਲ। ਤਾਂ ਬੱਚੇ ਮੈਂਡਲੀਫ ਤੋਂ ਬਾਅਦ ਜਿਹੜੀ ਅਗਲੀ ਆਵਰਤੀ ਸਾਰਣੀ ਬਣੀ ਉਸ ਆਵਰਤੀ ਸਾਰਣੀ ਨੂੰ ਕੀ ਕਿਹਾ ਜਾਂਦਾ ਬੱਚੇ? ਮਾਡਰਨ ਪੀਰੀਓਡਿਕ ਟੇਬਲ ਜਾਂ ਆਧੁਨਿਕ ਆਵਰਤੀ ਸਾਰਣੀ। In the modern periodic table, elements are arranged in the increasing order of their atomic numbers in the form of table having 7 horizontal rows of elements called periods and 18 vertical rows of elements called groups। ਤਾਂ ਬੱਚੇ ਇਹ ਜੋ ਆਧੁਨਿਕ ਆਵਰਤੀ ਸਾਰਣੀ ਬਣੀ ਇਸ ਆਧੁਨਿਕ ਆਵਰਤੀ ਸਾਰਣੀ ਦੇ ਲਈ ਜੋ ਮਾਪਦੰਡ ਰੱਖਿਆ ਗਿਆ ਉਹ ਇਹ ਸੀ ਕਿ ਤੱਤਾਂ ਨੂੰ ਉਹਨਾਂ ਦੇ ਵੱਧਦੇ ਪ੍ਰਮਾਣੂ ਅੰਕ ਦੇ ਆਧਾਰ ਦੇ ਉੱਤੇ ਵਰਗੀਕ੍ਰਿਤ ਕੀਤਾ ਗਿਆ ਸੀ। ਤਾਂ ਬੱਚੇ ਇਹ ਜੋ ਆਧੁਨਿਕ ਆਵਰਤੀ ਸਾਰਣੀ ਹੈ ਇਸ ਦੇ ਵਿੱਚ ਕਿੰਨੇ ਪੀਰੀਅਡ ਹਨ ਬੱਚੇ? 7। ਆ ਪਹਿਲਾ ਪੀਰੀਅਡ, ਦੂਸਰਾ ਪੀਰੀਅਡ, ਤੀਸਰਾ, ਚੌਥਾ, ਪੰਜਵਾਂ, ਛੇਵਾਂ ਤੇ ਸੱਤਵਾਂ। ਤਾਂ ਇਹ ਬੱਚੇ ਇਹ ਜੋ ਆਧੁਨਿਕ ਆਵਰਤੀ ਸਾਰਣੀ ਹੈ ਇਸ ਦੇ ਵਿੱਚ ਕਿੰਨੇ ਪੀਰੀਅਡ ਹਨ? 7। ਤੇ ਬੱਚੇ ਇਹਦੇ ਗਰੁੱਪ ਕਿੰਨੇ ਹਨ? 18। ਆ ਪਹਿਲਾ ਗਰੁੱਪ, ਦੂਸਰਾ, ਤੀਸਰਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ। ਠੀਕ ਹੈ, ਇਸ ਤਰ੍ਹਾਂ ਬੱਚੇ ਕਿੰਨੇ ਗਰੁੱਪ ਹਨ? ਟੋਟਲ ਇਹ 18 ਗਰੁੱਪ ਹਨ। ਤਾਂ ਬੱਚੇ ਇਹ ਜੋ ਆਧੁਨਿਕ ਆਵਰਤੀ ਸਾਰਣੀ ਹੈ ਇਸ ਦੇ ਵਿੱਚ ਪਹਿਲੀਆਂ ਜੋ ਆਵਰਤੀ ਸਾਰਣੀਆਂ ਬਣੀਆਂ ਹਨ ਉਹਨਾਂ ਤੋਂ ਕੀ ਫਰਕ ਸੀ ਕਿ ਇਹ ਜੋ ਆਧੁਨਿਕ ਆਵਰਤੀ ਸਾਰਣੀ ਹੈ ਇਸ ਨੂੰ ਤੱਤਾਂ ਦੇ ਉਹਨਾਂ ਦੇ ਵੱਧਦੇ ਪ੍ਰਮਾਣੂ ਅੰਕ ਦੇ ਆਧਾਰ ਤੇ ਵਰਗੀਕ੍ਰਿਤ ਕੀਤਾ ਗਿਆ, ਜਦਕਿ ਜੋ ਪਹਿਲੀਆਂ ਆਵਰਤੀ ਸਾਰਣੀਆਂ ਸਨ ਉਹਨਾਂ ਨੂੰ ਤੱਤਾਂ ਦੇ ਉਹਨਾਂ ਦੇ ਵੱਧਦੇ ਪ੍ਰਮਾਣੂ ਪੁੰਜ ਦੇ ਆਧਾਰ ਤੇ ਵਰਗੀਕ੍ਰਿਤ ਕੀਤਾ ਗਿਆ ਸੀ। ਪਰ ਇਸ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਤੱਤਾਂ ਨੂੰ ਉਹਨਾਂ ਦੇ ਵੱਧਦੇ ਪ੍ਰਮਾਣੂ ਅੰਕ ਦੇ ਆਧਾਰ ਤੇ ਵਰਗੀਕ੍ਰਿਤ ਕੀਤਾ ਗਿਆ। ਇਸ ਵਿੱਚ 7 ਪੀਰੀਅਡ ਹਨ ਅਤੇ 18 ਕੀ ਹਨ ਬੱਚੇ? ਗਰੁੱਪ। 7 ਪੀਰੀਅਡ ਹਨ ਅਤੇ 18 ਕੀ ਨੇ ਬੱਚੇ? ਗਰੁੱਪ। ਹਾਂਜੀ, ਪਹਿਲਾਂ ਦੇਖੋ ਬੱਚੇ ਪੀਰੀਅਡਸ। There are 7 periods of elements। ਤਾਂ ਬੱਚੇ ਜੋ ਆਧੁਨਿਕ ਆਵਰਤੀ ਸਾਰਣੀ ਹੈ ਉਹਦੇ ਵਿੱਚ ਕਿੰਨੇ ਪੀਰੀਅਡ ਹਨ? 7। First period has 2 elements, hydrogen and helium, called very short period। ਤਾਂ ਬੱਚੇ ਇਹ ਜੋ ਪਹਿਲਾ ਜੋ ਪੀਰੀਅਡ ਹੈ ਇਹਦੇ ਵਿੱਚ ਸਿਰਫ 2 ਹੀ ਤੱਤ ਹਨ। ਪਹਿਲੇ ਪੀਰੀਅਡ ਦੇ ਵਿੱਚ ਸਿਰਫ 2 ਹੀ ਤੱਤ ਹਨ, ਹਾਈਡਰੋਜਨ ਅਤੇ ਹੀਲੀਅਮ। ਇਸੇ ਤਰ੍ਹਾਂ ਹੀ ਸੈਕਿੰਡ ਪੀਰੀਅਡ ਹੈਜ਼ 8 ਐਲੀਮੈਂਟਸ, ਜਦਕਿ ਬੱਚੇ ਜਿਹੜਾ ਦੂਸਰਾ ਪੀਰੀਅਡ ਹੈ ਉਹਦੇ ਵਿੱਚ ਕਿੰਨੇ ਤੱਤ ਨੇ? 8। ਲਿਥੀਅਮ ਤੋਂ ਨਿਕਲ ਤੱਕ 8 ਤੱਤ ਹਨ ਤੇ ਇਸ ਪੀਰੀਅਡ ਨੂੰ ਕੀ ਕਹਿੰਦੇ ਆ ਬੱਚੇ? ਸ਼ਾਰਟ ਪੀਰੀਅਡ। ਇਸੇ ਤਰ੍ਹਾਂ ਹੀ ਜੋ ਤੀਜਾ ਪੀਰੀਅਡ ਹੈ ਥਰਡ ਪੀਰੀਅਡ ਹੈਜ਼ 8 ਐਲੀਮੈਂਟਸ, ਸੋਡੀਅਮ ਟੂ ਆਰਗਨ। ਸੋਡੀਅਮ ਤੋਂ ਲੈ ਕੇ ਆਰਗਨ ਤੱਕ ਬੱਚੇ ਇਹਦੇ ਵਿੱਚ 8 ਐਲੀਮੈਂਟਸ ਨੇ ਤੀਜੇ ਪੀਰੀਅਡ ਦੇ ਵਿੱਚ। ਇਸ ਨੂੰ ਵੀ ਕੀ ਕਹਿੰਦਾ ਬੱਚੇ? ਸ਼ਾਰਟ ਪੀਰੀਅਡ। ਫੋਰਥ ਪੀਰੀਅਡ ਜੋ ਹੈ ਫੋਰਥ ਪੀਰੀਅਡ ਹੈ 18 ਐਲੀਮੈਂਟਸ। ਫੋਰਥ ਪੀਰੀਅਡ ਦੇ ਵਿੱਚ ਬੱਚੇ ਕਿੰਨੇ ਐਲੀਮੈਂਟਸ ਹੈ? 18। ਪੋਟਾਸ਼ੀਅਮ ਟੂ ਕ੍ਰਿਪਟਨ, ਪੋਟਾਸ਼ੀਅਮ ਤੋਂ ਲੈ ਕੇ ਕ੍ਰਿਪਟਨ ਤੱਕ ਇਹਦੇ ਵਿੱਚ 18 ਐਲੀਮੈਂਟਸ ਹਨ। ਤੇ ਫੋਰਥ ਪੀਰੀਅਡ ਨੂੰ ਬੱਚੇ ਕੀ ਕਹਿੰਦਾ ਹੈ? ਲੌਂਗ ਪੀਰੀਅਡ। ਇਸੇ ਤਰ੍ਹਾਂ ਹੀ ਫਿਫਥ ਪੀਰੀਅਡ ਹੈਜ਼ 18 ਐਲੀਮੈਂਟਸ। ਜੋ ਬੱਚੇ ਪੰਜਵਾਂ ਜੋ ਪੀਰੀਅਡ ਹੈ ਉਹਦੇ ਵਿੱਚ ਵੀ ਕਿੰਨੇ ਤੱਤ ਨੇ? 18 ਨੇ। ਰੂਬੀਡੀਅਮ ਟੂ ਜ਼ੀਨੋਨ। ਠੀਕ ਹੈ, ਇਸ ਨੂੰ ਵੀ ਕੀ ਕਹਿੰਦੇ ਬੱਚੇ? ਲੌਂਗ ਪੀਰੀਅਡ। ਇਸੇ ਤਰ੍ਹਾਂ ਬੱਚੇ 6th ਪੀਰੀਅਡ ਹੈਜ਼ 32 ਐਲੀਮੈਂਟਸ। ਇਸੇ ਤਰ੍ਹਾਂ ਬੱਚੇ ਜੋ 6th ਪੀਰੀਅਡ ਹੈ ਉਹਦੇ ਵਿੱਚ ਕਿੰਨੇ ਐਲੀਮੈਂਟਸ ਨੇ? 32 ਐਲੀਮੈਂਟਸ ਨੇ।
ਤੇ 6th ਪੀਰੀਅਡ ਨੂੰ ਕੀ ਕਹਿੰਦੇ ਬੱਚੇ ਵੈਰੀ ਲੌਂਗ ਪੀਰੀਅਡ, ਕਿਉਂਕਿ ਇਸ ਦੇ ਵਿੱਚ ਕੀ ਹੈ 32 ਐਲੀਮੈਂਟਸ ਨੇ, ਇਸ ਲਈ ਇਹ ਕੀ ਹੈਗਾ ਵੈਰੀ ਲੌਂਗ ਪੀਰੀਅਡ। 7th ਪੀਰੀਅਡ ਹੈਜ਼ 28 ਐਲੀਮੈਂਟਸ, ਠੀਕ ਹੈ ਜੀ। 7th ਪੀਰੀਅਡ ਵਿੱਚ ਬੱਚੇ ਕਿੰਨੇ ਐਲੀਮੈਂਟਸ ਨੇ 28, ਠੀਕ ਹੈ ਜੀ। ਕਿੰਨੇ ਐਟੋਮਿਕ ਨੰਬਰ ਤੱਕ ਨੇ 114, ਤਾਂ ਬੱਚੇ 7th ਪੀਰੀਅਡ ਦੇ ਵਿੱਚ 28 ਐਲੀਮੈਂਟਸ ਨੇ, ਜੋ ਕਿ ਪਰਮਾਣੂ ਅੰਕ ਕਿੰਨੇ ਤੱਕ ਨੇ 114 ਤੱਕ, ਕਾਲਡ ਇਨਕੰਪਲੀਟ ਪੀਰੀਅਡ, ਠੀਕ ਹੈ ਜੀ। ਤਾਂ ਜਿਹੜਾ ਬੱਚੇ ਇਹ 7th ਪੀਰੀਅਡ ਹੈ ਇਸ ਨੂੰ ਕੀ ਹੈਗਾ ਅਧੂਰਾ ਪੀਰੀਅਡ ਜਾਂ ਇਨਕੰਪਲੀਟ ਪੀਰੀਅਡ ਵੀ ਕਿਹਾ ਜਾਂਦਾ ਹੈ। ਹਾਂਜੀ, the 14 elements of the 6th period from lanthanum to lutetium are called lanthanides। ਤਾਂ ਬੱਚੇ ਜਿਹੜੇ 6ਵੇਂ ਪੀਰੀਅਡ ਦੇ 14 ਐਲੀਮੈਂਟਸ ਨੇ lanthanum to lutetium ਤੱਕ, ਉਹਨਾਂ ਨੂੰ ਕੀ ਕਹਿੰਦਾ ਹੈ lanthanides। and the 14 elements of the 7th period from actinium to lawrencium are called actinides। ਤਾਂ ਬੱਚੇ 7ਵੇਂ ਗਰੁੱਪ ਦੇ ਜੋ 14 ਐਲੀਮੈਂਟਸ ਨੇ actinium to lawrencium ਤੱਕ, ਉਹਨਾਂ ਨੂੰ ਕੀ ਕਹਿੰਦਾ ਹੈ actinides। There are 18 groups of elements divided into 9 main groups। ਤਾਂ ਬੱਚੇ ਇਸ ਦੇ ਵਿੱਚ ਕੀ ਹੈ ਤੱਤਾਂ ਦੇ 18 ਗਰੁੱਪ ਬਣਾਏ ਗਏ ਹਨ, ਜਿਨ੍ਹਾਂ ਨੂੰ ਅੱਗੇ 9 ਮੇਨ ਗਰੁੱਪ ਦੇ ਵਿੱਚ ਵੰਡਿਆ ਗਿਆ ਹੈ। They are 1 2 3 4 5 6 7 8 and 0 groups। ਤਾਂ ਬੱਚੇ ਜਿਹੜੇ ਤੱਤਾਂ ਦੇ 18 ਗਰੁੱਪਾਂ ਨੂੰ ਅੱਗੇ 9 ਮੇਨ ਗਰੁੱਪ ਦੇ ਵਿੱਚ ਵੰਡਿਆ ਗਿਆ ਹੈ, ਉਹ 9 ਮੇਨ ਗਰੁੱਪ ਕਿਹੜੇ ਕਿਹੜੇ ਹਨ ਬੱਚੇ 1 2 3 4 5 6 7 8 ਤੇ 0 groups। The groups 1 to 7 has 2 subgroups each called A subgroup and B subgroup। ਤਾਂ ਬੱਚੇ 1 ਤੋਂ ਲੈ ਕੇ 7 ਤੱਕ ਜਿਹੜੇ ਗਰੁੱਪ ਹਨ, ਇਹਨਾਂ ਨੂੰ ਅੱਗੇ 2 ਸਬ ਗਰੁੱਪ ਦੇ ਵਿੱਚ ਵੰਡਿਆ ਗਿਆ ਹੈ। ਉਹ ਕਿਹੜੇ ਕਿਹੜੇ ਨੇ ਸਬ ਗਰੁੱਪ A ਅਤੇ ਸਬ ਗਰੁੱਪ B, ਸਬ ਗਰੁੱਪ A ਅਤੇ ਸਬ ਗਰੁੱਪ B। Group 8 has 3 rows of elements and 0 group has 1 row of elements। ਇਸੇ ਤਰ੍ਹਾਂ ਹੀ ਬੱਚੇ ਜਿਹੜਾ ਗਰੁੱਪ 8 ਹੈ ਇਹਦੇ ਵਿੱਚ ਕਿੰਨੇ ਐਲੀਮੈਂਟਸ ਦੇ ਰੋ ਨੇ 3 ਐਲੀਮੈਂਟਸ ਦੇ ਰੋ ਨੇ। ਇਸੇ ਤਰ੍ਹਾਂ ਹੀ ਬੱਚੇ ਜਿਹੜਾ ਗਰੁੱਪ 0 ਹੈ ਇਸ ਦੇ ਵਿੱਚ ਕਿੰਨੇ ਐਲੀਮੈਂਟਸ ਦੇ ਰੋ ਨੇ ਸਿਰਫ 1। The A subgroup elements are called normal elements। ਤਾਂ ਬੱਚੇ ਜਿਹੜੇ A subgroup ਦੇ ਜਿਹੜੇ ਵੀ ਤੱਤ ਹਨ ਇਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ normal elements। ਇਸੇ ਤਰ੍ਹਾਂ ਹੀ the B subgroup elements are called transition elements। ਇਸੇ ਤਰ੍ਹਾਂ ਬੱਚੇ ਜਿਹੜੇ B subgroup ਦੇ ਜਿਹੜੇ ਤੱਤ ਨੇ ਇਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ transition elements, ਜਾਂ ਇਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ ਉਪ ਧਾਤਾਂ। ਤੇ ਉਪ ਧਾਤਾਂ ਬੱਚੇ ਕੀ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਧਾਤਾਂ ਵਾਲੇ ਗੁਣ ਵੀ ਹੁੰਦੇ ਹਨ ਅਤੇ ਅਧਾਤਾਂ ਵਾਲੇ ਗੁਣ ਵੀ ਹੁੰਦੇ ਹਨ। ਹਾਂਜੀ, lanthanides and actinides are called inner transition elements। ਹਾਂਜੀ ਬੱਚੇ lanthanides ਤੇ actinides ਜਿਹੜੇ ਕਿ ਗਰੁੱਪ ਨੰਬਰ 6 ਅਤੇ ਗਰੁੱਪ ਨੰਬਰ 7 ਦੇ ਵਿੱਚੋਂ ਜਿਹੜੇ 14 ਐਲੀਮੈਂਟਸ ਨੇ ਜਿਹੜੇ, ਠੀਕ ਹੈ ਜੀ, ਉਹਨਾਂ ਨੂੰ ਕੀ ਕਿਹਾ ਜਾਂਦਾ ਹੈਗਾ ਜਿਹੜੇ lanthanides ਤੇ actinides ਨੇ, ਠੀਕ ਹੈ। ਜਿਹੜੇ 6ਵੇਂ ਗਰੁੱਪ ਦੇ 14 ਐਲੀਮੈਂਟਸ ਅਤੇ 7ਵੇਂ ਗਰੁੱਪ ਦੇ 14 ਐਲੀਮੈਂਟਸ ਨੇ ਜਿਹੜੇ lanthanides ਅਤੇ actinides ਨੇ, ਇਹਨਾਂ ਨੂੰ ਬੱਚੇ ਕੀ ਕਿਹਾ ਜਾਂਦਾ ਹੈਗਾ inner transition elements। Group 1A elements are called alkali metals। ਤਾਂ ਬੱਚੇ ਪਹਿਲੇ ਗਰੁੱਪ ਦੇ ਜਿਹੜੇ ਗਰੁੱਪ A ਵਾਲੇ ਨੇ, ਪਹਿਲਾ ਗਰੁੱਪ ਗਰੁੱਪ 1A ਹੈ ਜਿਹੜਾ, ਇਹਨਾਂ ਨੂੰ ਕੀ ਕਹਿੰਦਾ ਬੱਚੇ alkali metals। ਇਸੇ ਤਰ੍ਹਾਂ ਹੀ ਗਰੁੱਪ 2 ਹੈ ਸੈਕਿੰਡ A ਵਾਲੇ, ਇਹਨਾਂ ਨੂੰ ਕੀ ਕਹਾਂਗੇ alkaline earth metals। ਇਸੇ ਤਰ੍ਹਾਂ ਬੱਚੇ ਗਰੁੱਪ 17 ਵਾਲੇ ਜਿਹੜਾ 7A ਦਾ ਗਰੁੱਪ ਹੈ, 7A ਵਾਲਾ ਗਰੁੱਪ ਹੈ, ਇਹਨਾਂ ਨੂੰ ਕੀ ਕਹਾਂਗੇ ਬੱਚੇ ਅਸੀਂ ਹੈਲੋਜਨਸ। ਜਿਹੜੇ 7A ਦੇ ਗਰੁੱਪ ਵਾਲੇ ਤੱਤ ਨੇ ਇਹਨਾਂ ਨੂੰ ਕੀ ਕਹਾਂਗੇ ਅਸੀਂ ਹੈਲੋਜਨਸ। ਇਸੇ ਤਰ੍ਹਾਂ ਹੀ ਬੱਚੇ ਗਰੁੱਪ 18 ਜਾਂ 0 ਗਰੁੱਪ ਆਰ ਕਾਲਡ ਨੋਬਲ ਗੈਸਿਸ।
ਤਾਂ ਬੱਚੇ ਜਿਹੜੇ ਜ਼ੀਰੋ ਗਰੁੱਪ ਵਾਲੇ ਜਿਹੜੇ ਤੱਤ ਨੇ ਇਹਨਾਂ ਨੂੰ ਕੀ ਨਾਮ ਦਿੱਤਾ ਗਿਆ ਹੈਗਾ? ਨੋਬਲ ਗੈਸਿਸ। In a group, all the elements have the same number of valence electrons। ਤਾਂ ਬੱਚੇ ਇੱਕ ਗਰੁੱਪ ਦੇ ਵਿੱਚ ਜਿੰਨੇ ਵੀ ਤੱਤ ਨੇ ਉਹਨਾਂ ਸਾਰਿਆਂ ਦੇ ਸੰਯੋਜਕ ਇਲੈਕਟ੍ਰੋਨ ਜੋ ਹਨ ਉਹ ਉਹਨਾਂ ਦੀ ਗਿਣਤੀ ਸਮਾਨ ਹੁੰਦੀ ਹੈ। ਗਰੁੱਪ 1 elements have 1 valence electron। ਇਸ ਤਰ੍ਹਾਂ ਬੱਚੇ ਗਰੁੱਪ ਪਹਿਲੇ ਗਰੁੱਪ ਦੇ ਜਿਹੜੇ ਤੱਤ ਨੇ ਉਹਨਾਂ ਸਾਰਿਆਂ ਦੇ ਵਿੱਚ ਕਿੰਨੇ ਸੰਯੋਜਕ ਇਲੈਕਟ੍ਰੋਨ ਹੋਣਗੇ? 1। ਗਰੁੱਪ 2 elements have 2 valence electron। ਇਸੇ ਤਰ੍ਹਾਂ ਬੱਚੇ ਗਰੁੱਪ 2 ਦੇ ਜਿਹੜੇ ਤੱਤ ਨੇ ਉਹਨਾਂ ਦੇ ਵਿੱਚ ਕਿੰਨੇ ਸੰਯੋਜਕ ਇਲੈਕਟ੍ਰੋਨ ਹੋਣਗੇ? 2। ਗਰੁੱਪ 3 elements have 3 valence electrons। ਇਸੇ ਤਰ੍ਹਾਂ ਬੱਚੇ ਗਰੁੱਪ 3 ਦੇ ਵਿੱਚ ਜੋ ਤੱਤ ਹਨ ਉਹਨਾਂ ਦੇ ਵਿੱਚ ਕਿੰਨੇ ਸੰਯੋਜਕ ਇਲੈਕਟ੍ਰੋਨ ਹੋਣਗੇ? 3। In a period, all the elements contain the same number of shells। ਤੇ ਬੱਚੇ ਜੇ ਅਸੀਂ ਪੀਰੀਅਡ ਦੇ ਵਿੱਚ ਗੱਲ ਕਰੀਏ, ਪੀਰੀਅਡ ਦੇ ਵਿੱਚ ਜਿੰਨੇ ਵੀ ਤੱਤ ਹੋਣਗੇ, ਇੱਕ ਪੀਰੀਅਡ ਦੇ ਵਿੱਚ ਜਿੰਨੇ ਵੀ ਤੱਤ ਹੋਣਗੇ ਉਹਨਾਂ ਸਾਰਿਆਂ ਦੀ ਸ਼ੈਲ ਹੈ ਜਿਹੜੀ ਉਹ ਸੇਮ ਹੋਏਗੀ। ਪ੍ਰੋਪਰਟੀਜ਼ ਆਫ ਐਲੀਮੈਂਟਸ ਇਨ ਪੀਰੀਅਡਸ ਐਂਡ ਗਰੁੱਪਸ। ਹਾਂਜੀ, ਤਾਂ ਬੱਚੇ ਹੁਣ ਅਸੀਂ ਤੱਤਾਂ ਦੇ ਗੁਣਾਂ ਬਾਰੇ ਪੜਾਂਗੇ ਪੀਰੀਅਡਸ ਦੇ ਵਿੱਚ ਅਤੇ ਗਰੁੱਪਸ ਦੇ ਵਿੱਚ। ਹਾਂਜੀ, ਪਹਿਲਾ ਹੈ ਵੇਲੈਂਸ ਇਲੈਕਟ੍ਰੋਨਸ ਜਾਂ ਸੰਯੋਜਕ ਇਲੈਕਟ੍ਰੋਨ। ਇਹਨਾਂ ਪੀਰੀਅਡ ਦੇ ਵਿੱਚ ਦੇਖਾਂਗੇ ਬੱਚੇ ਸੰਯੋਜਕ ਇਲੈਕਟ੍ਰੋਨ ਜੋ ਹਨ ਇਹ ਕਿਸ ਤਰ੍ਹਾਂ ਲੱਗੇ ਹੁੰਦੇ ਹਨ। The number of valence electrons increases from 1 to 8 from the left to the right and the number of shell is the same। ਤਾਂ ਬੱਚੇ ਜੇ ਅਸੀਂ ਪੀਰੀਅਡ ਦੇ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਜਾਈਏ, ਜੇ ਅਸੀਂ ਪੀਰੀਅਡ ਦੇ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਜਾਈਏ ਤਾਂ ਇਸ ਸੂਰਤ ਦੇ ਵਿੱਚ ਜਿਹੜੇ ਇਲੈਕਟ੍ਰੋਨ ਨੇ, ਜਿਹੜੇ ਵੇਲੈਂਸ ਇਲੈਕਟ੍ਰੋਨ ਨੇ ਉਹਨਾਂ ਦੀ ਸੰਖਿਆ ਕੀ ਆ ਬੱਚੇ? ਇਹ ਵੱਧਦੀ ਜਾਂਦੀ ਹੈ। ਦੇਖੋ ਪਹਿਲੇ ਵਿੱਚ ਇੱਕ ਵੇਲੈਂਸ ਇਲੈਕਟ੍ਰੋਨ, ਦੂਸਰੇ 'ਚ 2, ਤੀਸਰੇ 'ਚ 3, ਚੌਥੇ 'ਚ 4, ਪੰਜਵੇਂ 'ਚ 5, ਅੱਗੇ 6, ਅੱਗੇ 7 ਤੇ 8। ਤਾਂ ਬੱਚੇ ਜੇ ਅਸੀਂ ਪੀਰੀਅਡ ਦੇ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਆ ਤਾਂ ਜਿਹੜੇ ਸੰਯੋਜਕ ਇਲੈਕਟ੍ਰੋਨ ਹਨ ਉਹਨਾਂ ਦੀ ਸੰਖਿਆ ਕੀ ਹੈ ਬੱਚੇ? ਵੱਧਦੀ ਜਾਂਦੀ ਹੈ, ਜਦਕਿ ਇਹਨਾਂ ਦੀ ਜਿਹੜੀ ਸ਼ੈਲ ਹੈ ਉਹ ਉਹੀ ਰਹਿੰਦੀ ਹੈ। ਠੀਕ ਹੈ ਜੀ, ਸ਼ੈਲ ਜੋ ਹੈ ਉਹ ਸਮਾਨ ਰਹੇਗੀ ਬੱਚੇ, ਪਰ ਸੰਯੋਜਕ ਇਲੈਕਟ੍ਰੋਨਾਂ ਦੀ ਗਿਣਤੀ ਜੋ ਹੈ ਉਹ ਵੱਧਦੀ ਜਾਂਦੀ ਹੈ। ਜਿਸ ਤਰ੍ਹਾਂ ਕਿ ਤੁਸੀਂ ਨੀਚੇ ਦੇਖ ਸਕਦੇ ਹੋ, ਇਹ ਦੇਖੋ ਬੱਚੇ ਇਹ ਗਰੁੱਪ 1 ਹੈ। ਇਸ ਦੇ ਵਿੱਚ ਜੋ ਪਹਿਲਾ ਪੀਰੀਅਡ ਹੈ ਇਸ ਦੇ ਵਿੱਚ ਦੇਖੋ ਪਹਿਲੀ ਸ਼ੈਲ ਦੇ ਵਿੱਚ 1 ਇਲੈਕਟ੍ਰੋਨ ਹੈ। ਇਸ ਤੋਂ ਜੇ ਗਾਹਾਂ ਜਾਂਦੇ ਤਾਂ ਪਹਿਲੀ ਸ਼ੈਲ ਦੇ ਵਿੱਚ ਹੀ ਦੂਜਾ ਇਲੈਕਟ੍ਰੋਨ ਆ ਗਿਆ। ਤਾਂ ਬੱਚੇ ਪੀਰੀਅਡ ਦੇ ਵਿੱਚ ਜੇ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਆ ਤਾਂ ਸ਼ੈਲ ਦੀ ਗਿਣਤੀ ਉਹੀ ਰਹਿੰਦੀ ਹੈ, ਸ਼ੈਲ ਉਹੀ ਰਹਿੰਦੀ ਹੈ, ਪਰ ਉਸ ਦੇ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਜੋ ਹੈ ਵੱਧਦੀ ਜਾਂਦੀ ਹੈ। ਦੇਖੋ ਇਸ ਵਿੱਚ 1 ਇਲੈਕਟ੍ਰੋਨ ਹੈ ਤੇ ਇਹ ਦੂਸਰੀ ਸ਼ੈਲ ਹੀ ਹੈ, ਪਰ ਇਸ ਦੇ ਵਿੱਚ ਹੁਣ ਉਰੇ ਕਿੰਨੇ ਨੇ? 2 ਇਲੈਕਟ੍ਰੋਨ ਹਨ। ਤਾਂ ਇਸ ਤਰ੍ਹਾਂ ਬੱਚੇ ਜੇ ਅਸੀਂ ਪੀਰੀਅਡ ਦੇ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਹਾਂ ਤਾਂ ਸ਼ੈਲ ਦੇ ਵਿੱਚ ਇਲੈਕਟ੍ਰੋਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਪਰ ਸ਼ੈਲ ਉਹੀ ਰਹਿੰਦੀ ਹੈ। ਠੀਕ ਹੈ ਜੀ। ਇਨ ਅ ਗਰੁੱਪ the number of valence electron is the same for all the elements but the number of shell increases from top to bottom। ਹੁਣ ਬੱਚੇ ਜੇ ਅਸੀਂ ਗਰੁੱਪ ਦੇ ਵਿੱਚ ਉੱਪਰ ਤੋਂ ਹੇਠਾਂ ਵੱਲ ਆਈਏ, ਠੀਕ ਹੈ ਜੀ, ਜੇ ਹੁਣ ਅਸੀਂ ਗਰੁੱਪ ਦੇ ਵਿੱਚ ਉੱਪਰ ਤੋਂ ਹੇਠਾਂ ਵੱਲ ਆਈਏ ਤਾਂ ਸਭ ਤੋਂ ਬਾਹਰਲੀ ਸ਼ੈਲ ਦੇ ਵਿੱਚ ਇਲੈਕਟ੍ਰੋਨਾਂ ਦੀ ਸੰਖਿਆ ਸੇਮ ਰਹੂਗੀ, ਪਰ ਫਰਕ ਕੀ ਪਏਗਾ ਬੱਚੇ? ਇੱਥੇ ਜਿਹੜੀ ਸ਼ੈਲ ਹੈ ਸ਼ੈਲ ਦਾ ਨੰਬਰ ਵੱਧ ਜਾਂਦਾ ਹੈ। ਦੇਖੋ ਬੱਚੇ ਇੱਥੇ 1 ਸ਼ੈਲ ਹੈ, ਬਾਹਰਲੀ ਸ਼ੈਲ ਵਿੱਚ 1 ਇਲੈਕਟ੍ਰੋਨ ਹੈ। ਇੱਥੇ ਹੁਣ ਆਹ 2 ਸ਼ੈਲਾਂ ਹੋ ਗਈਆਂ, ਪਰ ਬਾਹਰਲੀ ਸ਼ੈਲ ਦੇ ਵਿੱਚ ਫਿਰ 1 ਇਲੈਕਟ੍ਰੋਨ ਹੈ। ਅਗਲੇ ਦੇਖੋ ਬੱਚੇ ਉਰੇ 3 ਸ਼ੈਲਾਂ ਹੋ ਗਈਆਂ, ਪਰ ਬਾਹਰਲੀ ਸ਼ੈਲ ਦੇ ਵਿੱਚ ਕੀ ਹੈ? 1 ਇਲੈਕਟ੍ਰੋਨ ਹੈ। ਤਾਂ ਇਸ ਤਰ੍ਹਾਂ ਬੱਚੇ ਜਦੋਂ ਅਸੀਂ ਗਰੁੱਪ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਵਾਂਗੇ ਤਾਂ ਸਭ ਤੋਂ ਬਾਹਰਲੀ ਸ਼ੈਲ ਦੇ ਵਿੱਚ 1 ਇਲੈਕਟ੍ਰੋਨ ਰਹੇਗਾ, ਜਦਕਿ ਉੱਪਰ ਤੋਂ ਹੇਠਾਂ ਆਉਣ ਸਮੇਂ ਸ਼ੈਲ ਦਾ ਨੰਬਰ ਜੋ ਹੈ, ਸ਼ੈਲ ਦੀ ਗਿਣਤੀ ਜੋ ਹੈ ਉਹ ਵੱਧਦੀ ਜਾਏਗੀ, ਪਰ ਸਭ ਤੋਂ ਬਾਹਰਲੀ ਸ਼ੈਲ ਦੇ ਵਿੱਚ ਜਿੰਨੇ ਇਲੈਕਟ੍ਰੋਨ ਹਨ ਉਹਨਾਂ ਦੀ ਗਿਣਤੀ ਸਮਾਨ ਰਹੇਗੀ। ਐਟੋਮਿਕ ਸਾਈਜ਼, ਰੇਡੀਅਸ ਆਫ ਦਾ ਐਟਮ।
ਹੁਣ ਅਸੀਂ ਦੇਖਾਂਗੇ ਬੱਚੇ परमाणु ਦੇ ਸਾਈਜ਼ ਦੇ ਵਿੱਚ ਕੀ ਫਰਕ ਪੈਂਦਾ ਹੈ। ਇਨ ਅ ਪੀਰੀਅਡ ਦੇ ਵਿੱਚ परमाणु ਦੇ ਸਾਈਜ਼ ਦੇ ਵਿੱਚ ਕੀ ਫਰਕ ਪੈਂਦਾ ਹੈ। The atomic size of the elements decreases from the left to the right because the nuclear charge, number of protons increases, and so the electrons are pulled closer to the nucleus। ਤਾਂ ਬੱਚੇ ਜੇ ਅਸੀਂ ਪੀਰੀਅਡ ਦੇ ਵਿੱਚ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਹਾਂ, ਠੀਕ ਹੈ ਜੀ, ਕਿਸੇ ਵੀ ਪੀਰੀਅਡ ਨੂੰ ਦੇਖ ਸਕਦੇ ਹਾਂ, ਜੇ ਅਸੀਂ ਪੀਰੀਅਡ ਦੇ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਈਏ ਤਾਂ परमाणु ਦਾ ਜੋ ਆਕਾਰ ਹੈ ਉਹ ਖੱਬੇ ਪਾਸੇ ਤੋਂ ਸੱਜੇ ਪਾਸੇ ਵੱਲ ਜਾਣ ਸਮੇਂ ਕੀ ਹੈ, ਘਟਦਾ ਜਾਂਦਾ ਹੈ। ਤਾਂ ਬੱਚੇ परमाणु ਦਾ ਆਕਾਰ ਕਿਉਂ ਘਟਦਾ ਜਾਂਦਾ ਹੈ? ਕਿਉਂਕਿ ਜਿਹੜੇ ਵੀ ਬੱਚੇ ਨਵੇਂ ਇਲੈਕਟ੍ਰੋਨ ਜੁੜਦੇ ਹਨ ਉਹ परमाणु ਦੀ ਉਸੇ ਹੀ ਸ਼ੈੱਲ ਦੇ ਵਿੱਚ ਜੁੜਦੇ ਜਾਂਦੇ ਹਨ, ਜਿਸ ਕਾਰਨ ਕੀ ਹੈ परमाणु ਦੇ ਕੇਂਦਰ ਦੇ ਉੱਤੇ ਜੋ ਚਾਰਜ ਹੈ ਉਹ ਵੱਧ ਜਾਂਦਾ ਹੈ, ਜਿਸ ਨਾਲ ਕੀ ਹੈ ਇਲੈਕਟ੍ਰੋਨ ਜੋ ਹਨ परमाणु ਦੇ ਕੇਂਦਰ ਵੱਲ ਜ਼ਿਆਦਾ ਖਿੱਚੇ ਜਾਂਦੇ ਹਨ, ਜਿਸ ਨਾਲ ਕੀ ਹੈ ਬੱਚੇ परमाणु ਦਾ ਆਕਾਰ ਜੋ ਹੈ ਉਹ ਕੀ ਹੈਗਾ, ਘਟਦਾ ਜਾਂਦਾ ਹੈ ਜਦੋਂ ਅਸੀਂ ਪੀਰੀਅਡ ਦੇ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਨੂੰ ਜਾਂਦੇ ਹਾਂ। ਇਨ ਅ ਗਰੁੱਪ the atomic size of the elements increases from top to bottom because the number of shells increases and the distance between the nucleus and shells also increases। ਤਾਂ ਬੱਚੇ ਹੁਣ ਜੇ ਅਸੀਂ ਗਰੁੱਪ ਦੇ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਗਰੁੱਪ ਦੇ ਵਿੱਚ ਉੱਪਰ ਤੋਂ ਹੇਠਾਂ ਆਉਣ ਸਮੇਂ परमाणु ਦਾ ਜੋ ਆਕਾਰ ਹੈ ਉਹ ਲਗਾਤਾਰ ਵਧਦਾ ਜਾਂਦਾ ਹੈ। ਤਾਂ ਬੱਚੇ ਇਹ ਕਿਉਂ ਹੁੰਦਾ ਹੈ? ਇਹ ਇਸ ਲਈ ਹੁੰਦਾ ਹੈ ਕਿਉਂਕਿ ਗਰੁੱਪ ਦੇ ਵਿੱਚ ਉੱਪਰ ਤੋਂ ਹੇਠਾਂ ਆਉਣ ਸਮੇਂ परमाणु ਦੇ ਵਿੱਚ ਹਰੇਕ ਪੱਧਰ ਦੇ ਉੱਤੇ ਜੋ ਸ਼ੈੱਲ ਹੈ ਉਹ ਵੱਧਦੀ ਜਾਂਦੀ ਹੈ। ਜਿਸ ਤਰ੍ਹਾਂ ਕਿ ਬੱਚੇ ਗਰੁੱਪ ਦੇ ਵਿੱਚ ਸਭ ਤੋਂ ਪਹਿਲਾਂ ਜੋ ਤੱਤ ਹੈ ਉਹਦੀ ਇੱਕ ਸ਼ੈੱਲ ਹੈ, ਉਸ ਤੋਂ ਅਗਲੇ ਤੱਤ ਦੀਆਂ ਦੋ ਸ਼ੈੱਲ ਹੋ ਜਾਣਗੀਆਂ, ਉਸ ਤੋਂ ਅਗਲੇ ਤੱਤ ਦੀਆਂ ਤਿੰਨ ਸ਼ੈਲਜ਼ ਹੋ ਜਾਣਗੀਆਂ, ਉਸ ਤੋਂ ਅਗਲੇ ਤੱਤ ਦੀਆਂ ਚਾਰ ਸ਼ੈਲਜ਼ ਹੋ ਜਾਣਗੀਆਂ, ਫਿਰ ਪੰਜ ਸ਼ੈਲਜ਼ ਹੋ ਜਾਣਗੀਆਂ। ਤਾਂ ਬੱਚੇ ਇਸ ਤਰ੍ਹਾਂ ਗਰੁੱਪ ਦੇ ਵਿੱਚ ਜਦੋਂ ਅਸੀਂ ਉੱਪਰ ਤੋਂ ਹੇਠਾਂ ਜਾਂਦੇ ਹਾਂ ਤਾਂ ਹਰੇਕ ਤੱਤ ਦੇ ਵਿੱਚ ਕੀ ਹੈ, ਸ਼ੈੱਲ ਦਾ ਜੋ ਨੰਬਰ ਹੈ ਉਸ ਦੇ ਵਿੱਚ ਵਾਧਾ ਹੁੰਦਾ ਜਾਂਦਾ ਹੈ ਤੇ ਜੋ परमाणु ਦੇ ਜੋ ਇਲੈਕਟ੍ਰੋਨ ਹਨ ਉਹ परमाणु ਦੇ ਕੇਂਦਰ ਤੋਂ ਦੂਰ ਹੁੰਦੇ ਜਾਂਦੇ ਹਨ, ਜਿਸ ਨਾਲ ਕੀ ਹੈ परमाणु ਦੇ ਕੇਂਦਰ ਦਾ ਇਲੈਕਟ੍ਰੋਨ ਵੱਲ ਨੂੰ ਆਕਰਸ਼ਣ ਬਲ ਘਟ ਜਾਂਦਾ ਹੈ, ਜਿਸ ਨਾਲ ਕੀ ਹੈ परमाणु ਦਾ ਆਕਾਰ ਜੋ ਹੈ ਬੱਚੇ ਉਹ ਕੀ ਹੈਗਾ, ਵਧਦਾ ਜਾਂਦਾ ਹੈ। ਅੱਗੇ ਦੇਖੋ ਮੈਟਾਲਿਕ ਪ੍ਰੋਪਰਟੀ ਇਲੈਕਟ੍ਰੋਪੋਜ਼ਿਟਿਵ ਨੇਚਰ। ਤਾਂ ਹੁਣ ਬੱਚੇ ਅਸੀਂ ਤੱਤਾਂ ਦੀਆਂ ਜੋ ਧਾਤਵੀ ਗੁਣ ਹਨ ਉਹਨਾਂ ਤੇ ਦੇਖਾਂਗੇ ਕੀ ਪ੍ਰਭਾਵ ਪੈਂਦਾ ਹੈ ਪੀਰੀਅਡ ਦੇ ਵਿੱਚ ਤੇ ਗਰੁੱਪ ਦੇ ਵਿੱਚ। ਇਨ ਅ ਪੀਰੀਅਡ the metallic property of the element decreases from the left to the right। ਤਾਂ ਬੱਚੇ ਜਦੋਂ ਪੀਰੀਅਡ ਦੇ ਵਿੱਚ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਹਾਂ ਤਾਂ ਤੱਤਾਂ ਦੇ ਧਾਤਵੀ ਗੁਣਾਂ ਦੇ ਵਿੱਚ ਕਮੀ ਆਉਂਦੀ ਹੈ। ਜਿਸ ਤਰ੍ਹਾਂ ਕਿ ਦੇਖੋ ਤੀਜੇ ਗਰੁੱਪ ਦੇ ਵਿੱਚ ਦਿਖਾਇਆ ਗਿਆ ਹੈ ਕਿ ਤੀਜੇ ਗਰੁੱਪ ਦੇ ਜਿਹੜੇ ਤੱਤ ਨੇ ਸੋਡੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਇਹ ਕੀ ਹਨ ਬੱਚੇ, ਇਹਨਾਂ ਦੇ ਧਾਤਵੀ ਗੁਣ ਹਨ। ਜੋ ਸਿਲੀਕॉन ਹੈ ਇਹ ਉਪ ਧਾਤ ਹੈ, ਜਦਕਿ ਫਾਸਫੋਰਸ, ਸਲਫਰ, ਕਲੋਰੀਨ, ਆਰਗੋਨ ਇਹ ਕੀ ਹਨ ਬੱਚੇ, ਇਹ ਅਧਾਤਾਂ ਹਨ। ਤਾਂ ਪੀਰੀਅਡ ਦੇ ਵਿੱਚ ਜੇ ਅਸੀਂ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਹਾਂ ਤਾਂ ਤੱਤਾਂ ਦੇ ਧਾਤਵੀ ਗੁਣਾਂ ਦੇ ਵਿੱਚ ਕਮੀ ਆਉਂਦੀ ਹੈ। ਇਨ ਅ ਗਰੁੱਪ the metallic property of the elements increases from the top to the bottom। ਤੇ ਜੇ ਬੱਚੇ ਅਸੀਂ ਗਰੁੱਪ ਦੇ ਵਿੱਚ ਉੱਪਰ ਤੋਂ ਹੇਠਾਂ ਵੱਲ ਆਈਏ ਤਾਂ ਤੱਤਾਂ ਦੇ ਧਾਤਵੀ ਗੁਣਾਂ ਦੇ ਵਿੱਚ ਕੀ ਹੈਗਾ, ਵਾਧਾ ਹੁੰਦਾ ਹੈ। ਜਿਸ ਤਰ੍ਹਾਂ ਕਿ ਦੇਖੋ ਗਰੁੱਪ 6A ਦੇ ਵਿੱਚ ਕੀ ਹੈ, ਕਿਹੜੇ ਕਿਹੜੇ ਤੱਤ ਨੇ, ਕਾਰਬਨ ਨॉन ਮੈਟਲ ਹੈ, ਸਿਲੀਕॉन ਮੈਟਾਲੋਇਡ ਹੈ, ਜਰਮੇਨੀਅਮ
ਮੈਟਾਲੋਇਡ ਹੈ, टिन मैटल है, ते लैड की है, ये भी की है मैटल है। तो बच्चे उपर तो हेठा आउण समय इन्हां दे धातवी गुण की है बच्चे वध रहे हैं। नॉन मैटालिक प्रॉपर्टीज हुण जी देखांगे असीं कि तत्तां दे अधातवी गुणां दे विच की फर्क पैंदा है पीरीयड दे विच अते ग्रुप दे विच। इन अ पीरीयड the non-metallic property of the element increases from left to the right। ਤਾਂ ਬੱਚੇ ਜਦੋਂ ਅਸੀਂ ਪੀਰੀਅਡ ਦੇ ਵਿੱਚ ਖੱਬੇ ਤੋਂ ਸੱਜੇ ਪਾਸੇ ਵੱਲ ਜਾਂਦੇ ਆ ਤਾਂ ਤੱਤਾਂ ਦੇ ਅਧਾਤਵੀ ਗੁਣਾਂ ਦੇ ਵਿੱਚ ਵਾਧਾ ਹੁੰਦਾ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਥਰਡ ਪੀਰੀਅਡ ਹੈ ਜਿਹੜਾ, ਇਹਦੇ ਜਿਹੜੇ ਤੱਤ ਨੇ ਸੋਡੀਅਮ, ਮੈਗਨੀਸ਼ੀਅਮ, ਐਲੂਮੀਨੀਅਮ, ਇਹ ਧਾਤਾਂ ਨੇ। सिलिकॉन मैटालॉयड है, जबकि फॉस्फोरस, सल्फर, क्लोरीन ते आर्गोन एक ने अधातां ने। तो इस तरह बच्चे जे असी पीरीयड दे विच खब्बे तो सज्जे पासे वल जाने आ तां धातां दे अधातवी गुणां दे विच की हैगा वाधा हुंदा है। इन अ ग्रुप द नॉन मेटालिक प्रॉपर्टी ऑफ द एलिमेंट डिक्रीजेस फ्रॉम द टॉप टू द बॉटम। ਤਾਂ ਬੱਚੇ ਜੇ ਅਸੀਂ ਗਰੁੱਪ ਦੇ ਵਿੱਚ ਉੱਪਰ ਤੋਂ ਹੇਠਾਂ ਵੱਲ ਜਾਂਦੇ ਆ ਤਾਂ ਤੱਤਾਂ ਦੇ ਅਧਾਤਵੀ ਗੁਣਾਂ ਦੇ ਵਿੱਚ ਕੀ ਹੈ ਕਮੀ ਆਉਂਦੀ ਹੈ। ਜਿਸ ਤਰ੍ਹਾਂ ਕਿ ਗਰੁੱਪ 6A ਦੇ ਵਿੱਚ ਦਿਖਾਇਆ ਗਿਆ ਹੈ ਕਿਹੜੇ ਕਿਹੜੇ ਐਲੀਮੈਂਟਸ ਨੇ। ਗਰੁੱਪ 6A ਦੇ ਵਿੱਚ ਕਿਹੜੇ ਕਿਹੜੇ ਤੱਤ ਨੇ ਬੱਚੇ? ਕਾਰਬਨ ਇਹ ਕੀ ਹੈ ਨॉन ਮੈਟਲ, सिलिकॉन की है मेटालॉयड, जर्मेनियम ये भी मेटालॉयड, टिन मैटल है, लैड मैटल है। तो इस तरह बच्चे इन्हां दे विच की है जिहड़ा ये अधातवी गुण है उहदे विच की है बच्चे इन्हां दी कमी आउंदी जांदी है। तां ग्रुप दे विच जे असीं उपर तो हेठां वल आउने आ तां इन्हां दे अधातवी गुणां दे विच कमी आउंदी जांदी है ते जे पीरियड दे विच असीं खब्बे तो सज्जे पासे वल जाने आ तां इन्हां दे अधातवी गुणां दे विच वाधा हुंदा जांदा है। हाँ जी बच्चे एंड दे विच देखो असीं इत्थे एक कंपैरिजन करके दिखाया है मैंडलीव्स पीरियोडिक टेबल दा अते मॉडर्न पीरियोडिक टेबल। हाँ जी एक तां मैंडलीव ने जो पीरियोडिक टेबल दस्सिया सी उस बारे चर्चा की गई है ते दूसरा किहड़ा बच्चे आधुनिक आवर्ती सारणी जिसनूं असीं मॉडर्न पीरियोडिक टेबल भी कहने आ उस बारे दस्सिया गया है। तां हुण असीं देखदे हां कि इन्हां दोनां सारणियां दे विच की फर्क सी। Elements were arranged in the increasing order of their atomic masses। तो बच्चे जो मैंडलीव दी जो आवर्ती सारणी सी उस दे विच तत्तां नूं उन्हां दे वधदे परमाणु पुंज दे आधार ते वर्गीकृत कीता गया सी, जबकि मॉडर्न पीरियोडिक टेबल जां आधुनिक आवर्ती सारणी दे विच की सी elements are arranged in increasing order of their atomic numbers। ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਤੱਤਾਂ ਨੂੰ ਉਹਨਾਂ ਦੇ ਵੱਧਦੇ ਪਰਮਾਣੂ ਅੰਕ ਦੇ ਆਧਾਰ ਤੇ ਵਰਗੀਕ੍ਰਿਤ ਕੀਤਾ ਗਿਆ ਸੀ। ਹਾਂਜੀ ਮੈਂਡਲੀਵਸ ਪੀਰੀਓਡਿਕ ਟੇਬਲ देयर आर 8 ग्रुप्स। ਤਾਂ ਬੱਚੇ ਮੈਂਡਲੀਵ ਦੀ ਜੋ ਆਵਰਤੀ ਸਾਰਣੀ ਸੀ ਉਹਦੇ ਵਿੱਚ ਕਿੰਨੇ ਗਰੁੱਪ ਸੀ? 8। मॉडर्न पीरियोडिक टेबल देयर आर 18 ग्रुप्स। तो बच्चे आधुनिक आवर्ती सारणी दे विच किन्ने ग्रुप बनाए गए सी? 18। मैंडलीव्स पीरियोडिक टेबल ईच ग्रुप्स आर डिवाइडेड इनटू सब ग्रुप्स ए एंड बी। ठीक है जी मैंडलीव दी जिहड़ी आवर्ती सारणी सी उस नूं ए अते बी सब ग्रुप दे विच वंडिया गया सी। मॉडर्न पीरियोडिक टेबल ग्रुप्स आर नॉट डिवाइडेड इनटू सब ग्रुप्स, जबकि बच्चे जिहड़ी आधुनिक आवर्ती सारणी सी इस दे विच जिहड़े ग्रुप सी उन्हां नूं अगे सब ग्रुप दे विच नहीं वंडिया गया सी। मैंडलीव्स पीरियोडिक टेबल ग्रुप फॉर नोबल गैस वाज नॉट प्रेजेंट एज नोबल गैसेस वर नॉट डिस्कवर्ड बाय दैट टाइम। तो बच्चे मैंडलीव की आवर्ती सारणी दे विच नोबल गैसां दे लई कोई जगह नहीं छड्डी गई सी क्योंकि उस वक्त अजे नोबल गैसां की खोज नहीं हुई सी। मॉडर्न पीरियोडिक टेबल अ सैपरेट ग्रुप दैट इज ग्रुप 18 इज मेंट फॉर नोबल गैस।
ਤਾਂ ਬੱਚੇ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਨੋਬਲ ਗੈਸਾਂ ਦੇ ਲਈ ਇੱਕ ਵੱਖਰਾ ਗਰੁੱਪ, ਜਿਹਨੂੰ ਕਿ ਗਰੁੱਪ 18 ਕਿਹਾ ਜਾਂਦਾ ਹੈ, ਉਹ ਬਣਾਇਆ ਗਿਆ ਸੀ, ਜਿਸ ਦੇ ਵਿੱਚ ਕੀ ਹੈ ਨੋਬਲ ਗੈਸਾਂ ਨੂੰ ਰੱਖਿਆ ਗਿਆ ਸੀ। ਮੈਂਡਲੀਵਸ ਪੀਰੀਓਡਿਕ ਟੇਬਲ। There was no place for isotopes। ਤਾਂ ਬੱਚੇ ਮੈਂਡਲੀਵ ਦੀ ਜੋ ਆਵਰਤੀ ਸਾਰਣੀ ਸੀ ਉਸ ਦੇ ਵਿੱਚ ਸਮਸਥਾਨਕਾਂ ਦੇ ਲਈ ਕੋਈ ਥਾਂ ਨਹੀਂ ਰੱਖੀ ਗਈ ਸੀ। Modern periodic table। This problem has been rectified as slots are determined according to atomic number। ਤਾਂ ਬੱਚੇ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਸਮਸਥਾਨਕਾਂ ਦੀ ਕੋਈ ਸਮੱਸਿਆ ਨਹੀਂ ਸੀ, ਕਿਉਂਕਿ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਤੱਤਾਂ ਨੂੰ ਉਹਨਾਂ ਦੇ ਵੱਧਦੇ ਪਰਮਾਣੂ ਅੰਕ ਦੇ ਆਧਾਰ ਦੇ ਉੱਤੇ ਵਰਗੀਕ੍ਰਿਤ ਕੀਤਾ ਗਿਆ ਸੀ। ਇਸ ਲਈ ਆਧੁਨਿਕ ਆਵਰਤੀ ਸਾਰਣੀ ਦੇ ਵਿੱਚ ਸਮਸਥਾਨਕਾਂ ਦੇ ਲਈ ਕੋਈ ਦਿੱਕਤ ਨਹੀਂ ਸੀ। ਹਾਂਜੀ ਬੱਚੇ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਟੌਪਿਕ ਸਮਝ ਆ ਗਿਆ ਹੋਣਾ। ਜੇ ਤੁਹਾਨੂੰ ਸਾਡਾ ਅੱਜ ਦਾ ਇਹ ਟੌਪਿਕ ਚੰਗਾ ਲੱਗਿਆ ਤਾਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ। ਅੱਜ ਦੇ ਇਸ ਲੈਕਚਰ ਨੂੰ ਧਿਆਨ ਨਾਲ ਸੁਣਨ ਦੇ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।